ਸਤਿ ਸ਼੍ਰੀ ਅਕਾਲ। ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਕਾਂਗਰਸ ਦਾ ਅੰਦਰੂਨੀ ਕਾਟੋ ਕਲੇਸ਼ ਰੋਕਣ ਦਾ ਨਾਮ ਨਹੀਂ ਲੈ ਰਿਹਾ। ਲਗਾਤਾਰ ਮੀਟਿੰਗਾਂ ਦੇ ਦੌਰ ਚੱਲਦੇ ਨੇ। ਕਦੇ ਮੁੱਖ ਮੰਤਰੀ ਦੇ ਵੱਲੋਂ ਵਿਧਾਇਕਾਂ ਨੂੰ ਕਾਲਾਂ ਕੀਤੀਆਂ ਜਾਂਦੀਆਂ ਨੇ, ਮੀਟਿੰਗਾਂ ਸੱਦੀਆਂ ਜਾਂਦੀਆਂ ਨੇ, ਵੱਖੋ ਵੱਖਰੇ ਪੱਧਰ ਤੇ ਮੀਟਿੰਗਾਂ ਹੁੰਦੀਆਂ ਨੇ। ਪੰਜਾਬ ਪ੍ਰਧਾਨ ਦਾ ਬਿਆਨ ਵੱਖਰੇ ਤੌਰ ਤੇ ਉੱਤੇ ਆ ਜਾਂਦਾ ਹੈ। ਅਲਟੀਮੇਟਮ ਨੂੰ ਲੈ ਕੇ ਕੈਪਟਨ ਨੂੰ 45 ਦਿਨਾਂ ਦਾ ਅਲਟੀਮੇਟਮ ਮਿਲਿਆ ਹੋਇਆ ਹੈ। ਇਸ ਦੇ ਉੱਤੇ ਲਗਾਤਾਰ ਸਿਆਸਤ ਪੱਕੀ ਹੋਈ ਆ। ਹੁਣ ਪੰਜਾਬ ਦੇ ਵਿੱਚ ਨਵੇਂ ਅਬਜ਼ਰਵਰ ਆਉਣ ਦੀਆਂ ਜਿਹੜੀਆਂ ਕਿਆਸਰਾਈਆਂ ਸੀ, ਉਹ ਕਿਆਸਰਾਈਆਂ ਕਿੱਥੇ ਤੱਕ ਪਹੁੰਚੀਆਂ ਨੇ, ਉਸ ਦੇ ਉੱਤੇ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ। ਡੱਲਾ ਜੀ ਸਾਡੇ ਨਾਲ ਮੌਜੂਦ ਨੇ। ਡੱਲਾ ਸਾਹਿਬ, ਕਿਸ ਤਰ੍ਹਾਂ ਵੇਖ ਰਹੇ ਹੋ ਜਿਹੜਾ ਕਾਟੋ ਕਲੇਸ਼ ਕਾਂਗਰਸ ਦੇ ਵਿੱਚ ਪੈਦਾ ਹੋਇਆ ਹੈ? ਇਹ ਕਾਟੋ ਕਲੇਸ਼ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਖਤਮ ਹੋਏਗਾ ਜਾਂ ਫਿਰ ਇਹ ਹੋਰ ਵਧੂਗਾ? ਨਹੀਂ, ਦੇਖੋ ਆਹ ਜਿਹੜੇ 2 ਦਿਨ ਨੇ ਨਾ ਜੀ, ਅੱਜ ਅਸੀਂ ਸ਼ੁੱਕਰਵਾਰ 'ਚ ਹਾਂ, ਸ਼ਨੀਵਾਰ ਤੇ ਜਿਹੜੇ ਐਤਵਾਰ ਦੇ ਦਿਨ ਨੇ ਨਾ, ਇਹ ਬੜੇ ਅਹਿਮ ਹੈ ਪੰਜਾਬ ਦੀ ਕਾਂਗਰਸ ਦੇ ਲਈ। ਉਂਝ ਤਾਂ ਅੱਜ ਵੀ ਜਿਹੜੀਆਂ ਗੱਲਾਂ ਚੱਲ ਰਹੀਆਂ ਸੀ ਕਿ ਹਰੀਸ਼ ਰਾਵਤ ਆ ਸਕਦੇ ਨੇ, ਪਰ ਪਤਾ ਇਹ ਲੱਗਿਆ ਹੈ ਕਿ ਸਥਿਤੀ ਇੱਥੇ ਵੀ ਦੁਚਿੱਤੀ ਵਾਲੀ ਹੈ। ਹਾਈ ਕਮਾਂਡ ਵੀ ਕਿਤੇ ਨਾ ਕਿਤੇ ਹਰੀਸ਼ ਰਾਵਤ ਤੋਂ ਨਾਰਾਜ਼ ਹੈ, ਔਰ ਇਹ ਵੀ ਹੋ ਸਕਦਾ ਹੈ ਕਿ ਹਾਈ ਕਮਾਂਡ ਹਰੀਸ਼ ਰਾਵਤ ਦੀ ਛੁੱਟੀ ਕਰਕੇ ਹਰੀਸ਼ ਰਾਵਤ ਦੀ ਜਗ੍ਹਾ ਕਿਸੇ ਨਵੇਂ ਆਗੂ ਨੂੰ ਪੰਜਾਬ ਕਾਂਗਰਸ ਦਾ ਪ੍ਰਭਾਰੀ ਲਾ ਦੇ। ਇਹ ਵੀ ਬਹੁਤ ਸੰਭਾਵਨਾਵਾਂ ਬਣੀਆਂ ਹੋਈਆਂ ਨੇ। ਉਹਦਾ ਕਾਰਨ ਕੀ ਹੈ? ਕਿਉਂਕਿ ਹਰੀਸ਼ ਰਾਵਤ ਉਹਨਾਂ ਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦੇ ਕੇ ਹਾਈ ਕਮਾਂਡ ਨੇ ਭੇਜਿਆ ਸੀ ਕਿ ਸਿੱਧੂ ਤੇ ਕੈਪਟਨ ਦੇ ਵਿੱਚ ਸਮਝੌਤਾ ਕਰਾਇਆ ਜਾਵੇ, ਔਰ ਪੰਜਾਬ ਦੀ ਕਾਂਗਰਸ ਦਾ ਉਹਨਾਂ ਨੂੰ ਪ੍ਰਭਾਰੀ ਲਾਇਆ ਗਿਆ ਸੀ। ਉਹਨਾਂ ਤੋਂ ਪਹਿਲਾਂ ਪ੍ਰਭਾਰੀ ਸੀ ਬੀਬੀ ਆਸ਼ਾ ਕੁਮਾਰੀ। ਹੁਣ ਬੀਬੀ ਆਸ਼ਾ ਕੁਮਾਰੀ ਵੀ ਕਈ ਵਾਰ ਦੀ ਵਿਧਾਇਕ ਸੀ, ਪਰ ਬੀਬੀ ਆਸ਼ਾ ਕੁਮਾਰੀ ਕਦੀ ਮੁੱਖ ਮੰਤਰੀ ਨਹੀਂ ਰਹੀ। ਔਰ ਕੈਪਟਨ ਅਮਰਿੰਦਰ ਦੇ ਉੱਪਰ ਪ੍ਰਭਾਰੀ ਜਿਹੜਾ ਵੀ ਹੋਊਗਾ, ਉਹਦੇ ਕੋਲੇ ਆਪਣਾ ਪੋਲੀਟੀਕਲ ਤਜਰਬਾ ਤੇ ਇੱਕ ਕੱਦ ਜਿਹੜਾ ਵੱਡਾ ਹੋਣਾ ਬਹੁਤ ਲਾਜ਼ਮੀ ਹੈ। ਸੋ ਹਰੀਸ਼ ਰਾਵਤ ਖੁਦ ਉੱਤਰਾਖੰਡ ਦੇ ਮੁੱਖ ਮੰਤਰੀ ਰਹਿ ਚੁੱਕੇ ਨੇ, ਕੇਂਦਰੀ ਮੰਤਰੀ ਰਹਿ ਚੁੱਕੇ ਨੇ। ਇਸ ਕਰਕੇ ਹਾਈ ਕਮਾਂਡ ਨੂੰ ਇਹ ਲੱਗਦਾ ਸੀ ਵੀ ਜੇ ਹਰੀਸ਼ ਰਾਵਤ ਉਹਨਾਂ ਨੂੰ ਲਾਵਾਂਗੇ, ਉਮਰ ਵੀ ਇਹਨਾਂ ਦੀ ਸਿਆਣੀ ਹੈ, ਤਜਰਬਾ ਵੀ ਇਹਨਾਂ ਕੋਲੇ ਬਹੁਤ ਜ਼ਿਆਦਾ ਹੈ, ਤੇ ਇਹ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਦੇ ਨਾਲ ਜਦੋਂ ਗੱਲ ਕਰਨਗੇ ਤਰਕ ਤੇ ਪਾਰਟੀ ਦੇ ਭਲੇ ਲਈ ਜਾਂ ਪਾਰਟੀ ਦੇ ਪ੍ਰੋਟੋਕੋਲ ਦੇ ਮੁਤਾਬਕ, ਤਾਂ ਕੈਪਟਨ ਅਮਰਿੰਦਰ ਨੂੰ ਕਨਵਿੰਸ ਕਰ ਲੈਣਗੇ, ਸਮਝਾ ਲੈਣਗੇ ਵੀ ਪਾਰਟੀ ਕਿਉਂ ਚਾਹੁੰਦੀ ਹੈ ਆਪਣੇ ਸੰਤੁਲਨ ਬਣਾ ਕੇ ਰੱਖਣਾ ਸੱਤਾ 'ਚ। ਦੇਖੋ, ਕਾਂਗਰਸ ਦੀ ਹਾਈ ਕਮਾਂਡ ਵਿੱਚ ਕੋਈ ਦੋ ਰਾਏ ਨਹੀਂ, ਸੱਤਾ ਦਾ ਸੰਤੁਲਨ ਚਾਹੁੰਦੀ ਸੀ। ਸੱਤਾ ਦਾ ਸੰਤੁਲਨ ਕਿਵੇਂ ਬਣਦਾ ਹੈ? ਜਦੋਂ ਤਾਕਤ ਕਿਸੇ ਇੱਕ ਵਿਅਕਤੀ ਦੇ ਹੱਥ ਨਾ ਹੋਵੇ। ਜਿਵੇਂ ਕੇਂਦਰ ਦੀ ਸਰਕਾਰ ਹੈ, ਕੇਂਦਰ ਦੀ ਸਾਰੀ ਤਾਕਤ ਪ੍ਰਧਾਨ ਮੰਤਰੀ ਸਾਹਿਬ ਦੇ ਹੱਥ ਹੈ। ਬਹੁਤ ਸਾਰੇ ਲੀਡਰ ਆਰੋਪ ਲਾਉਂਦੇ ਨੇ ਵੀ ਬੀਜੇਪੀ ਦੀ ਸਰਕਾਰ 'ਚ ਸੱਤਾ ਦਾ ਸੰਤੁਲਨ ਨਹੀਂ, ਸਾਰੇ ਫੈਸਲੇ ਮੋਦੀ ਸਾਹਿਬ ਕਰਦੇ ਆ। ਇਹ ਇਲਜ਼ਾਮ ਲੱਗਦੇ ਨੇ। ਇਸੇ ਤਰ੍ਹਾਂ ਕੈਪਟਨ ਅਮਰਿੰਦਰ 'ਤੇ ਇਲਜ਼ਾਮ ਲੱਗਦੇ ਨੇ ਕਿ ਸਾਰੇ ਫੈਸਲੇ ਕੈਪਟਨ ਅਮਰਿੰਦਰ ਕਰਦੇ ਨੇ, ਸੱਤਾ ਦਾ ਸੰਤੁਲਨ ਨਹੀਂ। ਮਤਲਬ ਕਿ ਬਾਕੀ ਲੋਕ ਆਪਣੀ ਮਰਜ਼ੀ ਨਾਲ ਆਜ਼ਾਦਾਨਾ ਤੌਰ 'ਤੇ ਵੱਡੇ ਫੈਸਲੇ ਨਹੀਂ ਕਰ ਸਕਦੇ। ਇਹੀ ਕਾਰਨ ਹੈ ਨਾ ਕਿ ਹਰ ਚੀਜ਼ ਕੈਪਟਨ ਅਮਰਿੰਦਰ 'ਤੇ ਚਲੀ ਜਾਂਦੀ ਹੈ। ਹੁਣ ਜੇ ਇਨਸਾਫ ਨਹੀਂ ਮਿਲਿਆ, ਕੈਪਟਨ ਅਮਰਿੰਦਰ 'ਤੇ ਸਵਾਲ ਹੋ ਰਿਹਾ। ਜੇ ਰਿਪੋਰਟਾਂ ਹਾਈ ਕੋਰਟ 'ਚ ਪਈਆਂ ਨੇ, ਨਸ਼ੇ ਦੀਆਂ ਜਾਂਚ ਹੋ ਕੇ ਚਿੱਟੇ ਚੁੱਟੇ ਵਾਲੀਆਂ ਰਿਪੋਰਟਾਂ, ਜਿਹੜੇ ਬਹੁਤ ਵੱਡੇ ਜਿਹੜੇ ਪੁਲਿਸ ਦੇ ਅਫਸਰ ਸੀ ਸਿਧਾਰਥ ਚਟੋਪਾਧਿਆਏ, ਉਹਨਾਂ ਨੇ ਰਿਪੋਰਟ ਬਣਾਈ, ਉਹ ਅਦਾਲਤ 'ਚ ਪਈ ਹੈ ਸੀਲਬੰਦ ਲਿਫਾਫੇ 'ਚ। ਕਿੰਨਾ ਸਮਾਂ ਹੋ ਗਿਆ? ਕਦੋਂ ਤੈਅ ਹੋਣਗੀਆਂ ਇਹ ਚੀਜ਼ਾਂ? ਜੇ ਕੋਈ ਗਰੀਬ ਦਾ ਪੁੱਤ ਹੁੰਦਾ ਤੇ ਉਹ ਹੋ ਗਿਆ ਸੀ ਕੰਮ 10 ਮਿੰਟਾਂ 'ਚ। ਹੁਣ ਕਿਉਂਕਿ ਇੱਥੇ ਵੱਡੇ ਵੱਡੇ ਲੋਕਾਂ 'ਤੇ ਜਾਂਚਾਂ ਹੋਈਆਂ ਨੇ, ਤੇ ਉਹ ਜਾਂਚਾਂ ਸੀਲਬੰਦ ਲਿਫਾਫਿਆਂ 'ਚ ਖੁੱਲ੍ਹਦੀਆਂ ਹੀ ਨਹੀਂ। ਪਤਾ ਨਹੀਂ ਕਿਹੜੀ ਸੀਲ ਲਾ ਦਿੰਦੇ ਲਿਫਾਫਿਆਂ ਨੂੰ, ਉੱਦਾਂ ਤਾਂ ਸੀਲ ਝੱਟ ਖੋਲ੍ਹ ਲੈਂਦੇ ਆ, ਲੀਕ ਹੀ ਹੋ ਜਾਂਦੀਆਂ ਚੀਜ਼ਾਂ। ਇਹ ਹੋ ਗਿਆ। ਨਸ਼ੇ ਦਾ ਮਾਮਲਾ ਹੋ ਗਿਆ, ਵਾਈਟ ਪੇਪਰ ਹੋ ਗਿਆ। ਦੇਖੋ, ਬਿਜਲੀ ਦੇ ਸਮਝੌਤਿਆਂ ਦੀ ਗੱਲ ਕੀਤੀ ਸੀ, ਕੈਪਟਨ ਸਾਹਿਬ ਨੇ ਕਿਹਾ ਸੀ, ਕਾਂਗਰਸ ਨੇ ਕਿਹਾ ਸੀ ਵੀ ਅਸੀਂ ਸਮਝੌਤੇ ਰੱਦ ਕਰਾਂਗੇ। ਇਹ ਹਾਈ ਕਮਾਂਡ ਨੂੰ ਪਤਾ ਹੈ ਵੀ ਜਿਹੜੇ ਵੱਡੇ ਵੱਡੇ ਵਾਅਦੇ ਕਰਕੇ ਕਾਂਗਰਸ ਦੀ ਸਰਕਾਰ ਸੱਤਾ 'ਚ ਆਈ ਸੀ, ਸਾਨੂੰ ਉਹ ਵਾਅਦੇ ਪੂਰੇ ਕਰਨੇ ਪੈਣੇ ਆ, ਨਹੀਂ ਤਾਂ ਪੰਜਾਬ 'ਚ ਵੀ ਕਾਂਗਰਸ ਖਤਮ ਹੋ ਜੂ। ਦੇਖੋ, ਵੈਸੇ ਹੀ ਕਾਂਗਰਸ ਦੀ ਮੁਲਕ ਦੇ ਵਿੱਚ ਹਾਲਤ ਕਿਹੋ ਜਿਹੀ ਹੋਈ ਪਈ, ਜਿਵੇਂ ਪਲਾਸਟਿਕ ਦੇ ਲਿਫਾਫੇ ਨੂੰ ਅੱਗ ਲੱਗੀ ਹੁੰਦੀ ਨਾ, ਉਹ ਸੁੰਗੜ ਕੇ ਛੋਟਾ ਜਿਹਾ ਹੋ ਜਾਂਦਾ। ਉਹ ਸਥਿਤੀਆਂ ਕਾਂਗਰਸ ਦੀਆਂ ਬਣ ਗਈਆਂ। 50 ਸੀਟਾਂ ਤੋਂ ਘੱਟ ਤੇ ਇਸ ਵਕਤ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਕਾਂਗਰਸ ਹੈ। ਮੈਨੂੰ ਲੱਗਦਾ ਕਾਂਗਰਸ ਆਪਣੇ ਇਤਿਹਾਸ ਦੇ ਸਭ ਤੋਂ ਬੁਰੇ ਦੌਰ 'ਚ ਆ ਗਈ ਹੈ। ਅਤੇ ਜੇ ਹੁਣ ਵੀ ਕਾਂਗਰਸ ਦੀ ਹਾਈ ਕਮਾਂਡ ਕਾਂਗਰਸ ਨੂੰ ਨਹੀਂ ਸਾਂਭੂਗੀ ਤਾਂ ਕੀ ਕਰੂਗੀ? ਕਾਂਗਰਸ ਹੋਰ ਘੱਟ ਜੂਗੀ। ਆ ਦੇਖ ਲਓ, ਪਿੱਛੇ ਜੇ ਪੱਛਮੀ ਬੰਗਾਲ 'ਚ ਸੀਟ ਹੀ ਕੋਈ ਨਹੀਂ ਆਈ ਕਾਂਗਰਸ ਦੀ। ਐਡਾ ਵੱਡਾ ਸੂਬਾ, ਉੱਥੇ ਸੀਟ ਹੀ ਕੋਈ ਨਹੀਂ ਆਈ ਕਾਂਗਰਸ ਦੀ। ਸੋ ਇਹ ਜਿਹੜੀਆਂ ਸਥਿਤੀਆਂ ਨੇ, ਇਹ ਕੋਈ ਬਹੁਤੀਆਂ ਚੰਗੀਆਂ ਸਥਿਤੀਆਂ ਨਹੀਂ ਹੈ ਕਾਂਗਰਸ ਦੇ ਲਈ ਵੀ। ਇਸੇ ਕਰਕੇ ਹਰੀਸ਼ ਰਾਵਤ ਨੂੰ ਭੇਜਿਆ ਗਿਆ ਸੀ ਕਿ ਹਰੀਸ਼ ਰਾਵਤ ਵੱਡਾ ਕੱਦ ਹੋਣ ਕਰਕੇ ਕੈਪਟਨ ਅਮਰਿੰਦਰ ਨੂੰ ਸਮਝਾ ਸਕਣਗੇ ਕਿ ਅਸੀਂ ਸੱਤਾ ਦਾ ਸੰਤੁਲਨ ਬਣਾਉਣਾ। ਔਰ ਮੈਨੂੰ ਇਸ ਗੱਲ ਦਾ ਪੂਰਾ ਜਿਹੜਾ ਭਰੋਸਾ ਹੈ ਕਿ ਹਾਈ ਕਮਾਂਡ ਚਾਹੁੰਦੀ ਸੀ ਕਿ ਸਿੱਧੂ ਜਾਂ ਡਿਪਟੀ ਮੁੱਖ ਮੰਤਰੀ ਬਣੇ, ਜਾਂ ਉਹਨਾਂ ਨੂੰ ਕਾਂਗਰਸ ਦਾ ਪ੍ਰਧਾਨ ਲਾਇਆ ਜਾਵੇ, ਤਾਂ ਕਿ ਸੱਤਾ ਦਾ ਸੰਤੁਲਨ ਬਣੇ। ਹੁਣ ਤੁਸੀਂ ਦੇਖੋ, ਸੁਨੀਲ ਜਾਖੜ ਕਾਂਗਰਸ ਦੇ ਪ੍ਰਧਾਨ ਸੀ, ਉਹ ਹਾਰ ਗਏ। ਸੁਨੀਲ ਜਾਖੜ ਅਬੋਹਰ ਤੋਂ ਚੋਣ ਹਾਰ ਗਏ, ਕਾਂਗਰਸ ਦੇ ਪ੍ਰਧਾਨ ਬਰਕਰਾਰ ਰਹੇ। ਠੀਕ ਹੈ। ਉਸ ਤੋਂ ਬਾਅਦ ਗੁਰਦਾਸਪੁਰ ਦੀ ਸੀਟ ਵੇਲੀ ਹੋਈ, ਸੁਨੀਲ ਜਾਖੜ ਉਹਨਾਂ ਨੂੰ ਗੁਰਦਾਸਪੁਰ ਤੋਂ ਚੋਣ ਲੜਾ ਦਿੱਤੀ ਗਈ। ਸੁਨੀਲ ਜਾਖੜ ਗੁਰਦਾਸਪੁਰ ਤੋਂ MP ਬਣ ਗਏ। ਪਾਰਲੀਮੈਂਟ ਦੀਆਂ ਚੋਣਾਂ ਜਦੋਂ ਹੋਈਆਂ,
ਸੁਨੀਲ ਜਾਖੜ ਦੇ ਹੱਕ 'ਚ ਪ੍ਰਿੰਕਾ ਗਾਂਧੀ ਵੀ ਉੱਥੇ ਆਏ, ਸਿੱਧੂ ਨੇ ਵੀ ਪ੍ਰਚਾਰ ਕੀਤਾ, ਸਾਰਿਆਂ ਨੇ ਪ੍ਰਚਾਰ ਕੀਤਾ, ਫਿਰ ਵੀ ਹਾਰ ਗਏ ਸੁਨੀਲ ਜਾਖੜ ਸਾਹਿਬ। ਮੈਨੂੰ ਇਹ ਲੱਗਦਾ ਉਦੋਂ ਜਦੋਂ ਹਾਰ ਗਏ ਉਹਨਾਂ ਨੇ ਆਪਣੇ ਅਸਤੀਫੇ ਦੀ ਪੇਸ਼ਕਸ਼ ਕੀਤੀ, ਕਿਸੇ ਨੇ ਕੋਈ ਨਹੀਂ ਪੁੱਛਿਆ, ਨਹੀਂ ਜੀ ਜਾਖੜ ਸਾਹਿਬ ਰਹਿਣਗੇ। ਹੁਣ ਜਾਖੜ ਸਾਹਿਬ ਜਿਸ ਤਰ੍ਹਾਂ ਨਾਲ ਸੰਗਠਨ ਚਲਾ ਰਹੇ ਨੇ ਉਹ ਵੀ ਕੋਈ ਬਹੁਤ ਵੱਡੀ ਅਗਵਾਈ ਕਰਦੇ ਨਹੀਂ ਦਿਖਦੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤੋਂ ਸੁਨੀਲ ਜਾਖੜ ਦਾ ਕੱਦ ਵੀ ਛੋਟਾ ਹੈ। ਇਸ ਕਰਕੇ ਹਰੀਸ਼ ਰਾਵਤ ਦੀ ਜ਼ਿੰਮੇਵਾਰੀ ਲਾਈ ਗਈ ਸੀ ਬੀਬੀ ਆਸ਼ਾ ਕੁਮਾਰੀ ਨੂੰ ਹਟਾ ਕੇ, ਕਿਉਂਕਿ ਆਸ਼ਾ ਕੁਮਾਰੀ ਦਾ ਵੀ ਆਪਣਾ ਕੱਦ ਕੈਪਟਨ ਅਮਰਿੰਦਰ ਤੋਂ ਵੱਡਾ ਨਹੀਂ ਸੀ। ਬਰਾਬਰ ਦਾ ਕੱਦ ਹੋਵੇ ਨਾ, ਹਰੀਸ਼ ਰਾਵਤ ਦਾ ਵੀ ਕੱਦ ਕੈਪਟਨ ਅਮਰਿੰਦਰ ਤੋਂ ਛੋਟਾ ਹੈ, ਪਰ ਤਜਰਬਾ ਤਾਂ ਹੈ ਨਾ। ਅਗਰ ਕੈਪਟਨ ਅਮਰਿੰਦਰ ਮੁੱਖ ਮੰਤਰੀ ਰਹੇ ਨੇ, ਹਰੀਸ਼ ਰਾਵਤ ਵੀ ਮੁੱਖ ਮੰਤਰੀ ਰਹਿ ਚੁੱਕੇ ਨੇ। ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਇਹ ਬੜੀਆਂ ਜ਼ਰੂਰੀ ਨੇ। ਪਰ ਹਰੀਸ਼ ਰਾਵਤ ਸਮਝੌਤਾ ਹੀ ਨਹੀਂ ਕਰਾ ਸਕੇ ਕੈਪਟਨ ਅਮਰਿੰਦਰ ਦਾ ਅਤੇ ਨਵਜੋਤ ਸਿੰਘ ਸਿੱਧੂ ਦਾ। ਉਹ ਕੈਪਟਨ ਅਮਰਿੰਦਰ ਨੂੰ ਸਮਝਾ ਹੀ ਨਹੀਂ ਸਕੇ ਕਿ ਅਸੀਂ ਸੱਤਾ ਦਾ ਸੰਤੁਲਨ ਕਿਵੇਂ ਬਣਾਉਣਾ। ਉਹ ਕਨਵਿੰਸ ਨਹੀਂ ਕਰ ਸਕੇ, ਬਲਕਿ ਹਰੀਸ਼ ਰਾਵਤ ਤਾਂ ਮੈਨੂੰ ਇਹ ਲੱਗਦਾ ਕਿ ਉਹ ਕੈਪਟਨ ਅਮਰਿੰਦਰ ਦੇ ਮਾਤਹੱਤ ਹੋ ਗਏ। ਹਰੀਸ਼ ਰਾਵਤ ਤਾਂ ਇਹੀ ਕਹਿਣ ਲੱਗ ਗਏ, ਹਾਲਾਂਕਿ ਉਹਨਾਂ ਨੇ ਬਿਆਨ ਆਏ 2-4 ਵਾਰੀ ਕਿ ਸਿੱਧੂ ਕਾਂਗਰਸ ਦਾ ਭਵਿੱਖ ਹੈ, ਸਿੱਧੂ ਨੂੰ ਕਾਂਗਰਸ 'ਚ ਵੱਡੀ ਜ਼ਿੰਮੇਵਾਰੀ ਦਿੱਤੀ ਜਾਣੀ ਹੈ, ਸਿੱਧੂ ਸਾਡੇ ਲਈ ਇੰਪੋਰਟੈਂਟ ਹੈ। ਉਹ ਰੈਲੀਆਂ 'ਚ ਲੈ ਕੇ ਗਏ, ਮੋਗੇ ਵਾਲੀ ਰੈਲੀ 'ਚ ਸਿੱਧੂ ਬੋਲਿਆ, ਮੀਟਿੰਗਾਂ ਚਾਹ ਚੂ ਦੇ ਸੱਦੇ ਕੈਪਟਨ ਨਾਲ ਲੱਗਣੇ ਸ਼ੁਰੂ ਹੋ ਗਏ। ਕੋਸ਼ਿਸ਼ ਕੀਤੀ ਹਰੀਸ਼ ਰਾਵਤ ਨੇ, ਪਰ ਸਮਝਾ ਨਹੀਂ ਸਕੇ ਕੈਪਟਨ ਅਮਰਿੰਦਰ ਨੂੰ। ਔਰ ਮੈਂ ਇਹ ਕਹਿੰਦਾ ਕਿ ਹਰੀਸ਼ ਰਾਵਤ ਫੇਲ ਹੋ ਗਏ ਬਤੌਰ ਪ੍ਰਭਾਰੀ। ਇਹ ਹੁਣ ਗੱਲਾਂ ਹੋ ਰਹੀਆਂ ਨੇ ਕਿ ਹਰੀਸ਼ ਰਾਵਤ ਨੂੰ ਭੇਜਿਆ ਜਾਵੇ। ਪ੍ਰਤਾਪ ਬਾਜਵਾ ਦੇ ਨਾਲ ਗੱਲ ਹੁੰਦੀ ਹੈ, ਚਰਨਜੀਤ ਚੰਨੀ ਨਾਲ ਉਹਨਾਂ ਦੀ ਗੱਲ ਹੁੰਦੀ ਹੈ, ਪ੍ਰਗਟ ਸਿੰਘ ਨਾਲ ਗੱਲ ਹੁੰਦੀ ਹੈ, ਪਰ ਮੈਨੂੰ ਲੱਗਦਾ ਨਹੀਂ ਕਿ ਹਰੀਸ਼ ਰਾਵਤ ਕੈਪਟਨ ਅਮਰਿੰਦਰ ਦੇ ਨਾਲ ਇਹਨਾਂ ਲੀਡਰਾਂ ਦਾ ਜਿਹੜਾ ਰੇੜਕ ਹੈ ਉਹਨੂੰ ਖਤਮ ਕਰ ਸਕਣਗੇ। ਉਹਦੇ ਲਈ ਮੈਨੂੰ ਲੱਗਦਾ ਕਿ ਹਾਈ ਕਮਾਂਡ ਨੇ, ਅਗਰ ਹਰੀਸ਼ ਰਾਵਤ ਆਉਂਦੇ ਨੇ, ਵੈਸੇ ਮੈਨੂੰ ਇਹ ਲੱਗਦਾ ਵੀ ਸ਼ਾਇਦ ਉਹ ਨਾ ਆਉਣ, ਪਰ ਲੀਡਰ ਕਹਿ ਰਹੇ ਨੇ ਕਿ ਹਰੀਸ਼ ਰਾਵਤ ਆਉਣਗੇ। ਮੈਨੂੰ ਪਹਿਲਾਂ ਲੱਗਦਾ ਸੀ ਉਹ ਆਉਣਗੇ, ਪਰ ਹੁਣ ਮੈਨੂੰ ਲੱਗਦਾ ਕਿ ਉਹ ਸ਼ਾਇਦ ਨਾ ਆਉਣ। ਅਗਰ ਉਹ ਨਹੀਂ ਆਉਂਦੇ ਤਾਂ ਇਹ ਗੱਲ ਮੰਨੀ ਜਾਊਗੀ ਕਿ ਹਰੀਸ਼ ਰਾਵਤ ਸਿਆਸੀ ਤੌਰ 'ਤੇ ਹਥਿਆਰ ਸੁੱਟ ਗਏ ਵੀ ਮੇਰੇ ਬੱਸ ਦਾ ਨਹੀਂ ਪੰਜਾਬ ਕਾਂਗਰਸ ਦਾ ਮਸਲਾ ਨਿਬੇੜਨਾ, ਅਤੇ ਫਿਰ ਹਾਈ ਕਮਾਂਡ ਨੂੰ ਹੀ ਕੋਈ ਨਾ ਕੋਈ ਓਬਜ਼ਰਵਰ ਜਾਂ ਹੋਰ ਕਿਸੇ ਆਗੂ ਦੀ ਨਿਯੁਕਤੀ ਕਰਨੀ ਪਊਗੀ ਜਿਹੜਾ ਪੰਜਾਬ ਆ ਕੇ ਮਸਲਾ ਨਿਬੇੜੇ। ਔਰ ਆਖਰੀ ਛੋਟੀ ਜਿਹੀ ਗੱਲ ਕਰਦਾ, ਅਗਰ ਹਰੀਸ਼ ਰਾਵਤ ਆਉਂਦੇ ਵੀ ਨੇ, ਅਗਰ ਉਹ 2-4-5 ਦਿਨਾਂ 'ਚ ਨਾ ਨਿਬੇੜ ਸਕੇ ਮਸਲਾ, ਤੁਹਾਨੂੰ ਲੱਗਦਾ ਅੱਜ ਚਰਨਜੀਤ ਚੰਨੀ ਅਤੇ ਕੈਪਟਨ ਅਮਰਿੰਦਰ 'ਚ ਸਮਝੌਤਾ ਹੋ ਜੂ? ਬਿਲਕੁਲ। ਚਰਨਜੀਤ ਚੰਨੀ ਦੇ ਮਾਮਲੇ 'ਚ ਰਿਪੋਰਟ ਦੇਣੀ ਪੈਣੀ ਹੈ ਮੁੱਖ ਸਕੱਤਰ ਨੂੰ, ਔਰ 3-4 ਦਿਨਾਂ ਤੱਕ ਮੇਰਾ ਖਿਆਲ ਹੈ ਉਸ ਜਿਹੜੀ ਵਿਮਨ ਕਮਿਸ਼ਨ ਵੱਲੋਂ ਡੇਟ ਦਿੱਤੀ ਗਈ ਸੀ ਉਹ ਲੰਘ ਜਾਣੀ ਹੈ 3-4 ਦਿਨਾਂ ਬਾਅਦ। ਸੋ 3-4 ਦਿਨਾਂ 'ਚ ਚਰਨਜੀਤ ਚੰਨੀ ਦੀ ਕਿਸਮਤ ਦਾ ਫੈਸਲਾ ਤਾਂ ਹੋਣਾ ਹੀ ਹੋਣਾ ਕਿ ਉਹ ਰਿਪੋਰਟ ਕੀ ਭੇਜਦੇ ਨੇ ਮੁੱਖ ਸਕੱਤਰ ਵਿਨੀ ਮਹਾਜਨ। ਹੁਣ ਅਜਿਹੇ ਮੌਕੇ 'ਤੇ ਹਰੀਸ਼ ਰਾਵਤ ਚੰਨੀ ਅਤੇ ਕੈਪਟਨ ਅਮਰਿੰਦਰ 'ਚ ਕਿਵੇਂ ਜਿਹੜਾ ਹੈਗਾ ਉਹ ਤਾਲਮੇਲ ਬਣਾ ਦੇਣਗੇ? ਕਿਉਂਕਿ ਹੁਣ ਤਾਂ ਵਿਮਨ ਕਮਿਸ਼ਨ ਨੂੰ ਰਿਪੋਰਟ ਭੇਜਣੀ ਪੈਣੀ ਹੈ ਉਹਨਾਂ ਨੂੰ, ਵਿਨੀ ਮਹਾਜਨ ਉਹਨਾਂ ਨੂੰ। ਅਗਰ ਕੋਈ ਮਾਮਲਾ ਸੀ ਤਾਂ ਦੱਸਣਾ ਪੈਣਾ, ਅਗਰ ਕੋਈ ਮਾਮਲਾ ਨਹੀਂ ਸੀ ਫਿਰ ਗੱਲ ਵੱਖਰੀ ਹੈ ਕਿ ਕੋਈ ਮਾਮਲਾ ਹੀ ਹੈ ਨਹੀਂ ਸੀ। ਹੁਣ ਸਥਿਤੀ ਕੈਪਟਨ ਅਮਰਿੰਦਰ ਔਰ ਚਰਨਜੀਤ ਚੰਨੀ ਦੀ ਸਮਝੌਤੇ ਦੀ ਬੜੀ ਔਖੀ ਹੈ। ਇਸੇ ਤਰ੍ਹਾਂ ਪ੍ਰਗਟ ਸਿੰਘ ਹੈ, ਪ੍ਰਗਟ ਸਿੰਘ ਨੇ ਕਿੱਡਾ ਵੱਡਾ ਇਲਜ਼ਾਮ ਲਾਇਆ, ਕੀ ਕੋਈ ਇਨਕੁਆਇਰੀ ਹੋਊ, ਕੀ ਕੋਈ FIR ਹੋਊ, ਕੀ ਕਿਸੇ ਨੇ ਕਿਹਾ ਕਿ ਹਾਲਾਂਕਿ ਦੂਸਰੇ ਪਾਸੇ ਉਹ ਕਿਹਾ ਗਿਆ ਜਿਨ੍ਹਾਂ 'ਤੇ ਇਲਜ਼ਾਮ ਲੱਗੇ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੋਈ, ਪਰ ਕੈਪਟਨ ਅਮਰਿੰਦਰ ਨੇ ਕੋਈ ਬਿਆਨ ਨਹੀਂ ਦਿੱਤਾ। ਕਿ ਪ੍ਰਗਟ ਸਿੰਘ ਔਰ ਕੈਪਟਨ ਅਮਰਿੰਦਰ 'ਚ ਹਰੀਸ਼ ਰਾਵਤ ਸਮਝੌਤਾ ਕਰਾ ਦੂ, ਪ੍ਰਤਾਪ ਬਾਜਵਾ ਔਰ ਕੈਪਟਨ ਅਮਰਿੰਦਰ ਨੇ ਸਮਝੌਤਾ ਕਰਾ ਦੂ, ਸਿੱਧੂ ਔਰ ਕੈਪਟਨ 'ਚ ਸਮਝੌਤਾ ਕਰਾ ਦੂ। ਸਿੱਧੂ ਔਰ ਕੈਪਟਨ 'ਚ ਤਾਂ ਸਮਝੌਤਾ ਹੋ ਹੀ ਨਹੀਂ ਸਕਦਾ। ਹੁਣ ਤਾਂ ਗੱਲ ਆਮ ਹੋ ਗਈ ਕਿ ਇੱਕ ਮਿਆਨ ਤੇ 2 ਤਲਵਾਰਾਂ, ਇਹ ਸੰਭਵ ਹੀ ਨਹੀਂ। ਸੋ ਇਸ ਕਰਕੇ ਹਰੀਸ਼ ਰਾਵਤ ਮੈਨੂੰ ਲੱਗਦਾ ਇਹਦੀ ਜਗ੍ਹਾ 'ਤੇ ਕਿਸੇ ਹੋਰ ਲੀਡਰ ਦੀ ਤੈਨਾਤੀ ਹੋ ਸਕਦੀ ਹੈ। ਅਗਰ ਹਰੀਸ਼ ਰਾਵਤ ਇਸ ਵਾਰ ਫੇਲ ਹੋਏ ਤੇ ਫਿਰ ਪ੍ਰਭਾਰੀ ਦੇ ਤੌਰ 'ਤੇ ਤਾਂ ਨਿਸ਼ਚਿਤ ਤੌਰ 'ਤੇ ਉਹਨਾਂ ਨੂੰ ਬਦਲਣਾ ਪੈਣਾ ਕਾਂਗਰਸ ਨੂੰ। ਡੱਲਾ ਸਾਹਿਬ, ਜਿਸ ਤਰ੍ਹਾਂ ਦਾ ਦੌਰ ਚੱਲਦਾ ਪਿਆ, ਜਿਹੜਾ ਕਾਟਾ ਕਲੇਸ਼ ਦੇ ਵਿੱਚ ਹੁਣ ਆਪਣੀ ਬਹੁਮਤ ਸਾਬਤ ਕਰਨ ਦੀ ਦੌੜ ਹੋ ਰਹੀ ਹੈ। ਬੀਤੇ ਦਿਨ ਇਹ ਵੀ ਖਬਰਾਂ ਬਾਹਰ ਆਈਆਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਵਿਧਾਇਕਾਂ ਦੇ ਨਾਲ ਮੀਟਿੰਗਾਂ ਹੋਈਆਂ, ਫੋਨ ਦੇ ਉੱਤੇ ਗੱਲਾਂ ਬਾਤਾਂ ਕੀਆਂ, ਵੱਖਰੇ ਜਿਹੜੇ ਵਿਧਾਇਕਾਂ ਨੂੰ ਸੱਦਿਆ ਵੀ ਗਿਆ। ਮੀਟਿੰਗਾਂ ਆਉਣ ਵਾਲੇ ਦਿਨਾਂ 'ਚ ਵੀ ਹੋਣਗੀਆਂ। ਇਹ ਕੀ ਲੱਗ ਰਿਹਾ, ਜਿਹੜੀ ਬਹੁਮਤ ਦਾ ਦੌਰ ਹੁਣ ਤੁਰ ਪਿਆ ਹੈ, ਕੀ ਲੱਗ ਰਿਹਾ ਹੈ ਕਿ ਜਿਹੜੀ CM ਦੀ ਕੁਰਸੀ ਦੇ ਉੱਤੇ ਵੀ ਕਿਸੇ ਨੂੰ ਲੱਗ ਰਿਹਾ ਹੈ ਕਿ ਇਹ ਵੀ ਹਿਲ ਸਕਦੀ ਹੈ? ਇਹ 2 ਗੱਲਾਂ ਹੁੰਦੀਆਂ। ਕੁਰਸੀ ਜਿਹੜੀ CM ਦੀ ਕੁਰਸੀ ਹਜੇ ਮਜ਼ਬੂਤ ਹੁੰਦੀ ਹੈ, ਐਡੀ ਛੇਤੀ ਨਹੀਂ ਹਿਲਦੀ, ਪਰ ਜਦੋਂ ਕੁਰਸੀ ਉਖੜਨੀ ਹੋਵੇ ਮਿੰਟ 2 ਲੱਗਦੇ। ਕਈ ਵਾਰ ਕੁਰਸੀ ਹਿਲਦੀ ਨਹੀਂ ਪਰ ਉਖੜਨ ਨੂੰ ਮਿੰਟ ਲੱਗਦੇ। ਆਪਾਂ ਦੇਖਿਆ, ਮੰਨਦੇ ਨਹੀਂ ਸੀ ਗੱਲ ਕਮਲਨਾਥ ਹੋਣੀ ਜਿਹੜੇ ਮੁੱਖ ਮੰਤਰੀ ਸੀ ਮੱਧ ਪ੍ਰਦੇਸ਼ ਦੇ, ਜੋਤੀਰਾਦਿੱਤਿਆ ਸਿੰਧੀਆ ਲਗਾਤਾਰ ਕਹਿ ਰਿਹਾ ਸੀ ਮੇਰੀ ਗੱਲ ਸੁਣ ਲਓ, ਮੇਰੀ ਗੱਲ ਸੁਣ ਲਓ, ਮੇਰੀ ਗੱਲ ਸੁਣ ਲਓ। ਉਹਦੀ ਗੱਲ ਨਹੀਂ ਸੁਣੀ, ਰਾਤੋਂ ਰਾਤ ਤਖਤਾ ਪਲਟ ਹੋ ਗਿਆ, ਕੁਰਸੀ ਤੋਂ ਡਿੱਗ ਗਏ ਕਮਲਨਾਥ ਸਾਹਿਬ, ਮੁੱਖ ਮੰਤਰੀ ਬਣ ਗਏ ਜਿਹੜੇ ਦੂਜੇ ਉਹਨਾਂ ਦੇ ਸ਼ਿਵਰਾਜ ਚੌਹਾਨ ਨੇ। ਸੋ ਉਹ ਗੱਲ ਪੰਜਾਬ 'ਚ ਇਸ ਕਰਕੇ ਕਿ ਇਹ ਗੱਲ ਹੋ ਨਾ ਜਾਵੇ। ਹੁਣ ਕੈਪਟਨ ਅਮਰਿੰਦਰ ਵੀ ਇਸ ਰਣਨੀਤੀ 'ਤੇ ਨੇ ਵੀ ਸਾਰੇ ਵਿਧਾਇਕਾਂ ਨੂੰ ਟੈਲੀਫੋਨ ਕਰ ਲਓ। ਕੈਪਟਨ ਅਮਰਿੰਦਰ ਦੇ ਸਲਾਹਕਾਰ ਆਲੇ ਦੁਆਲੇ ਦੇ ਉਹ ਵੀ ਵੱਖ-ਵੱਖ ਵਿਧਾਇਕਾਂ ਨਾਲ ਰਾਬਤੇ 'ਚ ਹੈ, ਵਿਧਾਇਕਾਂ ਨੂੰ ਵੀ ਟੈਲੀਫੋਨ ਕਰ ਰਹੇ ਨੇ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਜਦ ਤੱਕ ਹਾਈ ਕਮਾਂਡ ਦਾ ਇਸ਼ਾਰਾ ਨਹੀਂ ਆਉਂਦਾ ਤਦ ਤੱਕ ਕੈਪਟਨ ਅਮਰਿੰਦਰ ਮਜ਼ਬੂਤ ਨੇ ਪੂਰੇ, ਕਿਉਂਕਿ ਟਿਕਟਾਂ ਦੇਣੀਆਂ ਨੇ ਕਾਂਗਰਸ ਪਾਰਟੀ ਨੇ, ਹਾਈ ਕਮਾਂਡ ਨੇ। ਅਗਰ ਹਾਈ ਕਮਾਂਡ ਵੱਲੋਂ ਕਿਸੇ ਤਰ੍ਹਾਂ ਦਾ ਇਸ਼ਾਰਾ ਆਉਂਦਾ ਕਿ ਅਸੀਂ ਫੇਰ ਬਦਲ ਦੇ ਸੰਕੇਤ 'ਚ ਹਾਂ, ਫਿਰ ਵਿਧਾਇਕਾਂ ਨੇ ਵੀ ਬਦਲ ਜਾਣਾ ਹੈ। ਜਿਹੜੇ ਸਿਆਸੀ ਲੀਡਰ ਨੇ ਨਾ ਜੀ, ਜਿਵੇਂ ਗਿਰਗਟ ਰੰਗ ਬਦਲਦਾ, ਸਿਆਸੀ ਲੀਡਰ ਵੀ ਰੰਗ ਬਦਲ ਲੈਂਦੇ ਨੇ ਵਕਤ ਮੁਤਾਬਕ। ਹੁਣ ਤੁਸੀਂ ਦੇਖੋ, ਕੱਲ੍ਹ ਪਰਸੋਂ ਕਾਂਗਰਸ ਦਾ ਇੱਕ ਹੋਰ ਲੀਡਰ ਫੇਰ ਆਪ 'ਚ ਚੱਲ ਗਿਆ,
ਪਹਿਲਾਂ ਆਪ ਛੱਡ ਗਿਆ ਸੀ, ਹੁਣ ਉਹ ਕਹਿੰਦੇ ਵੀ ਮੇਰੀ ਅਸਲੀ ਪਾਰਟੀ ਤਾਂ ਆਹੀ ਹੈ, ਫਿਰ ਦੂਜੀ ਪਾਰਟੀ 'ਚ ਵੀ ਰਹੇ। ਸੋ ਇਸ ਕਰਕੇ ਜਿਹੜੇ ਸਿਆਸੀ ਲੀਡਰ ਨੇ ਨਾ, ਸਿਆਸੀ ਲੀਡਰਾਂ ਦਾ ਜਿਹੜਾ ਸਿਆਸੀ ਕਰੈਕਟਰ ਹੈ, ਉਹਨਾਂ ਦਾ ਸਿਆਸੀ ਚਰਿੱਤਰ ਹੈ, ਉਹ ਕਿਸੇ ਵੇਲੇ ਵੀ ਬਦਲ ਜਾਂਦਾ ਹੈ। ਸੋ ਗੱਡੀ ਤੇ ਜ਼ਿਆਦਾ ਲੋਡ ਪੈ ਜੇ, ਤੁਰੇ ਜਾਂਦੇ ਦਾ ਟਾਇਰ ਦਾ ਪਟਾਕਾ ਪੈ ਜਾਂਦਾ, ਉਹ ਸਿਆਸੀ ਲੀਡਰਾਂ ਦਾ ਹਾਲ ਹੈ। ਇਹ ਬਿਨਾਂ ਲੋਡ ਤੋਂ ਕਈ ਵਾਰੀ ਰੰਗ ਬਦਲ ਜਾਂਦੇ ਨੇ ਸਿਆਸੀ ਲੀਡਰ। ਸੋ ਇਸ ਕਰਕੇ ਜਿਹੜੇ ਵਿਧਾਇਕ ਅੱਜ ਸਾਰੇ ਕੈਪਟਨ ਅਮਰਿੰਦਰ ਦੇ ਨਾਲ ਦਿਖਦੇ ਨੇ, ਅਗਰ ਕੱਲ੍ਹ ਹਾਈ ਕਮਾਂਡ ਕਹਿ ਦੇ ਕਿ ਅਸੀਂ ਪੰਜਾਬ 'ਚ ਵਿਧਾਇਕ ਦਲ ਦੇ ਆਗੂ ਦੀ ਚੋਣ ਨਵੇਂ ਸਿਰੇ ਤੋਂ ਕਰਨੀ ਹੈ ਤੇ ਆਹ ਦੋ ਵਿਅਕਤੀ ਨੇ, ਇਹਨਾਂ ਦੇ ਵਿੱਚੋਂ ਤੁਸੀਂ ਵੋਟਾਂ ਪਾਓ, ਫਿਰ ਪਤਾ ਲੱਗੂਗਾ ਕਿ ਜ਼ਿਆਦਾ ਵਿਧਾਇਕ ਕਿਹਦੇ ਨਾਲ ਹੈ। ਅਗਰ ਵੋਟਿੰਗ ਹੋ ਗਈ ਵਿਧਾਇਕ ਦਲ ਦੇ ਲੀਡਰ ਲਈ, ਪਰ ਉਹ ਹਜੇ ਸੰਭਾਵਨਾ ਨਹੀਂ ਕੋਈ, ਇਹ ਗੱਲ ਦੂਰ ਦੀ ਹੈ। ਪਰ ਕੈਪਟਨ ਅਮਰਿੰਦਰ ਦਾ ਪੂਰੀ ਕੋਸ਼ਿਸ਼ ਹੈ ਕਿ ਸਾਰੇ ਵਿਧਾਇਕ ਮੇਰੇ ਨਾਲ ਬਣੇ ਰਹਿਣ। ਕੈਪਟਨ ਅਮਰਿੰਦਰ ਦੇ ਸਿਆਸੀ ਸਲਾਹਕਾਰ ਨੇ ਜਿਹੜੇ ਵੱਡੇ ਲੀਡਰ ਨੇ, ਉਹ ਵੀ ਸਾਰੇ ਵਿਧਾਇਕਾਂ ਨੂੰ ਟੈਲੀਫੋਨ ਕਰ ਰਹੇ ਨੇ। ਮਾੜੇ ਮੋਟੇ ਜੇ ਵਿਧਾਇਕਾਂ ਦੇ ਗਿਲੇ ਸ਼ਿਕਵੇ ਸੀ, ਉਹ ਹੁਣ ਇਹ ਮੌਕਾ ਹੁੰਦਾ ਉਹ ਵੀ ਕਹੀ ਜਾਂਦੇ ਨੇ ਵੀ ਤੁਸੀਂ ਸਾਡੀ ਆਹ ਗੱਲ ਨਹੀਂ ਸੀ ਸੁਣਦੇ ਜੀ, ਆਹ ਗੱਲ ਨਹੀਂ ਸੀ ਸੁਣਦੇ ਜੀ, ਅਤੇ ਉਹ ਕਹਿ ਦਿੰਦੇ ਵੀ ਕੋਈ ਨਹੀਂ, ਅਸੀਂ ਅਫਸਰਾਂ ਨੂੰ ਕਹਿ ਦਿੰਦੇ ਹਾਂ, DC ਨੂੰ ਕਹਿ ਦਿੰਦੇ ਹਾਂ, SSP ਨੂੰ ਕਹਿ ਦਿੰਦੇ ਹਾਂ, ਤੁਹਾਡੇ ਕੰਮ ਹੋਣਗੇ। ਸੋ ਵਿਧਾਇਕਾਂ ਦੀ ਦਿੱਕਤ ਕੀ ਸੀ? ਥਾਣੇਦਾਰ ਨਹੀਂ ਸੀ ਸੁਣਦਾ ਵਿਧਾਇਕਾਂ ਦੀ। ਪ੍ਰੋਟੋਕੋਲ 'ਚ ਕਹਿੰਦੇ ਜਿਹੜਾ ਵਿਧਾਇਕ ਹੈ ਉਹਦੀ ਪੋਸਟ ਜਿਹੜੀ ਆ ਉਹ ਸੈਕਟਰੀ ਦੇ ਬਰਾਬਰ ਹੁੰਦੀ ਹੈ, ਪ੍ਰਿੰਸੀਪਲ ਸੈਕਟਰੀ ਦੇ ਬਰਾਬਰ ਹੁੰਦੀ ਹੈ, ਪਰ ਸੁਣਦੇ ਨਹੀਂ ਸੀ ਅਫਸਰ। ਕਿਉਂਕਿ SHO ਅਫਸਰਾਂ ਨੂੰ ਕੀ ਹੁੰਦਾ, ਜਦ ਤੱਕ ਉੱਪਰੋਂ ਸਰਕਾਰ ਦਾ ਇਸ਼ਾਰਾ ਨਹੀਂ ਹੁੰਦਾ ਤਦ ਤੱਕ ਉਹ ਵਿਧਾਇਕ ਦੀ ਗੱਲ ਨਹੀਂ ਮੰਨਦੇ। ਗੈਰ ਕਾਨੂੰਨੀ ਨਹੀਂ ਮੰਨਦੇ, ਬੜੀ ਚੰਗੀ ਗੱਲ ਹੈ, ਪਰ ਜਿਹੜੀ ਜਾਇਜ਼ ਗੱਲ ਹੈ ਵਿਧਾਇਕ ਦੀ, ਉਹ ਮੰਨਣੀ ਚਾਹੀਦੀ। ਸੋ ਕਈ ਅਫਸਰ ਤਵੱਜੋ ਵੀ ਨਹੀਂ ਦਿੰਦੇ MLA ਨੂੰ, ਉਹ ਵੀ ਗਲਤ ਹੈ। ਮੈਂ ਤਾਂ ਹੀ ਕਹਿੰਦਾ ਵੀ ਹਰ ਚੀਜ਼ ਦਾ ਸੰਤੁਲਨ ਹੋਣਾ ਜ਼ਰੂਰੀ ਹੈ, ਸੱਤਾ ਦਾ ਸੰਤੁਲਨ। ਅਫਸਰਸ਼ਾਹੀ ਤੋਂ ਕੰਮ ਕਰਨ ਲਈ ਸਰਕਾਰ ਬਣਾਈ ਜਾਂਦੀ ਹੈ। ਜੇ ਸਰਕਾਰ ਅਫਸਰਾਂ ਮੁਤਾਬਕ ਚੱਲਣ ਲੱਗ ਜੇ ਤੇ ਅਫਸਰ ਗਲਤ ਹੋਣ, ਫਿਰ ਤਾਂ ਨੁਕਸਾਨ ਹੁੰਦਾ ਹੀ ਆ। ਕਿੰਨੇ ਘਾਟੇ ਪੈ ਰਹੇ ਨੇ, ਆ ਸ਼ਰਾਬ 'ਚ ਘਾਟੇ ਪਏ, ਆ ਮਾਈਨਿੰਗ 'ਚ ਘਾਟੇ ਪਏ, ਆ ਸਾਰੇ ਵਪਾਰ ਦਾ ਪੰਜਾਬ ਸਰਕਾਰ ਦੇ ਘਾਟੇ ਚੱਲੀ ਜਾਂਦੇ। ਤੁਸੀਂ ਪੰਜਾਬ ਸਰਕਾਰ ਦਾ ਇੱਕ ਮਹਿਕਮਾ ਦੱਸ ਦਿਓ ਜਿਹੜਾ ਬਹੁਤ ਪ੍ਰੋਫਿਟ 'ਚ ਹੋਵੇ। ਆ ਠੇਕਿਆਂ ਦੀ ਨਿਲਾਮੀ ਕਰ ਦੇਣੀ, ਰੇਤੇ ਦੀ ਨਿਲਾਮੀ ਕਰ ਦੇਣੀ, ਇਹ ਕੋਈ ਪ੍ਰੋਫਿਟ ਨਹੀਂ, ਇਹ ਘਾਟਾ ਹੀ ਹੈ ਬੇਸਿਕਲੀ। ਇਹ ਤਾਂ ਅਸੀਂ ਆਪਣਾ ਸਰਕਾਰੀ ਖਜ਼ਾਨਾ ਲਟਾ ਰਹੇ ਹਾਂ। ਬਿਲਕੁਲ। ਤੇ ਢਿੱਲੋਂ ਸਾਹਿਬ, ਇੱਕ ਜਿਹੜਾ ਬੀਤੇ ਦਿਨੀ ਸੁਨੀਲ ਜਾਖੜ ਹੋਣਾ ਦਾ ਬਿਆਨ ਆਉਂਦਾ ਹੈ ਕਿ ਜਿਸ ਤਰ੍ਹਾਂ ਵੀ 45 ਦਿਨਾਂ ਦਾ ਅਲਟੀਮੇਟਮ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤਾ ਗਿਆ, ਉਹਨਾਂ ਲੋਕਾਂ ਤੋਂ ਬਚ ਕੇ ਰਹਿਣ ਦੀ ਲੋੜ ਹੈ ਕਿਉਂਕਿ ਇਹ ਪਾਰਟੀ ਨੂੰ ਦੋ ਫਾੜ ਕਰ ਸਕਦੇ ਨੇ। ਨਹੀਂ, ਦੇਖੋ ਕਾਂਗਰਸ ਨੂੰ, ਦੇਖੋ ਗੱਲ ਇਹ ਹੈ, ਮੈਂ ਅੱਗੇ ਵੀ ਕਹਿੰਦਾ ਹੁੰਦਾ, ਕਾਂਗਰਸ ਦੀ ਹਾਲਤ ਪਿੱਲੀ ਇੱਟ ਵਾਲੀ ਕੰਧ ਵਰਗੀ ਹੋ ਗਈ। ਇਹ ਤਾਂ ਪਤਾ ਨਹੀਂ, ਮਾੜੀ ਜਿਹੀ ਹਨੇਰੀ ਆ ਗਈ ਤਾਂ ਡਿੱਗ ਜਾਣੀ। ਆ 50 ਸੀਟਾਂ ਕਾਂਗਰਸ ਦੀਆਂ ਕਿਉਂ ਘਟੀਆਂ? ਪੱਛਮੀ ਬੰਗਾਲ 'ਚ ਕਾਂਗਰਸ 0 ਤੇ ਕਿਉਂ ਆਈ? ਆ ਦਿੱਲੀ 'ਚ ਦੇਖ ਲਓ ਕਾਂਗਰਸ ਦੀ ਹਾਲਤ ਕੀ ਹੈ। ਆ ਹਰਿਆਣੇ 'ਚ ਦੇਖ ਲਓ, ਵਿਰੋਧੀ ਧਿਰ 'ਚ ਹੋਣ ਦੇ ਬਾਵਜੂਦ ਸੱਤਾ ਦੇ ਨੇੜੇ ਨਹੀਂ ਆ ਸਕੇ, ਸਰਕਾਰ ਨਹੀਂ ਬਣਾ ਸਕੇ। ਆ ਮੱਧ ਪ੍ਰਦੇਸ਼ 'ਚ ਸਰਕਾਰ ਬਣੀ ਬਣਾਈ ਕਮਲਨਾਥ ਦੀ ਡਿੱਗ ਗਈ, ਪਿੱਲੀ ਇੱਟੀ ਆ ਨਾ ਉੱਥੇ ਵੀ। ਕਿੰਨੇ ਸੂਬਿਆਂ 'ਚ ਸਰਕਾਰਾਂ ਡਿੱਗ ਗਈਆਂ ਇਹਨਾਂ ਦੀਆਂ। ਉਹ ਯਾਦੂਯਰੱਪਾ ਕਰਨਾਟਕਾ 'ਚ ਇਹਨਾਂ ਦੀ ਸਰਕਾਰ ਡਿੱਗ ਕੇ ਆਪਣੀ ਸਰਕਾਰ ਬਣਾਂਗੇ। ਸੋ ਕਿੰਨੀ ਥਾਂ 'ਤੇ ਕਾਂਗਰਸ ਦੀਆਂ ਸਰਕਾਰਾਂ ਡਿੱਗੀਆਂ, ਕਿਉਂਕਿ ਕਾਂਗਰਸ ਕੋਲੇ ਚੰਗੇ ਸਲਾਹਕਾਰ ਨਹੀਂ, ਕਾਂਗਰਸ ਕੋਲੇ ਚੰਗੇ ਰਣਨੀਤੀਕਾਰ ਨਹੀਂ, ਕਾਂਗਰਸ 'ਚ ਸਮੇਂ ਸਿਰ ਗੱਲ ਕਿਸੇ ਦੀ ਸੁਣੀ ਨਹੀਂ ਜਾਂਦੀ। ਹੁਣ ਰਾਹੁਲ ਗਾਂਧੀ ਔਰ ਪ੍ਰਿੰਕਾ ਗਾਂਧੀ ਕੋਲੇ ਆਪ ਐਡਾ ਜ਼ਿਆਦਾ ਤਜਰਬਾ ਨਹੀਂ, ਉਹਨਾਂ ਕੋਲੇ ਆਪ ਐਡਾ ਜ਼ਿਆਦਾ ਤਜਰਬਾ ਨਹੀਂ ਵੀ ਜਿਹੜੇ ਇਹ ਘੈਂਟ ਲੀਡਰ ਹੈ, ਇਹਨਾਂ ਦੀਆਂ ਸਿਆਸੀ ਜੁਗਤਾਂ 'ਚੋਂ ਬਾਹਰ ਕਿਵੇਂ ਆਉਣਾ। ਇਸ ਕਰਕੇ ਹੌਲੀ ਹੌਲੀ ਉਹਨਾਂ ਨੂੰ ਤਜਰਬਾ ਹੋਊ। ਜਿਹੜੀ ਤੁਸੀਂ ਗੱਲ ਕਹੀ ਹੈ 45 ਦਿਨ, ਦੇਖੋ ਪ੍ਰਤਾਪ ਬਾਜਵਾ ਨੇ ਜਿਹੜੀ ਗੱਲ ਕੀਤੀ ਹੈ 45 ਦਿਨ ਦੀ, ਉਹਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ ਸੁਨੀਲ ਜਾਖੜ ਨੂੰ। ਉਹ ਇਸ ਕਰਕੇ ਕਿ ਸੁਨੀਲ ਜਾਖੜ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਕੈਪਟਨ ਅਮਰਿੰਦਰ ਤੋਂ ਬਾਅਦ 2 ਨੰਬਰ ਦੇ ਲੀਡਰ ਨਹੀਂ ਬਣ ਸਕੇ, ਕਿਉਂਕਿ ਸੁਨੀਲ ਜਾਖੜ ਦਾ ਆਪ ਦਾ ਜਿੱਤ ਦਾ ਰਿਕਾਰਡ ਨਹੀਂ ਐਡਾ। ਸੁਨੀਲ ਜਾਖੜ ਇਮਾਨਦਾਰ ਨੇ, ਉਹਨਾਂ ਦੇ ਬਾਪੂ ਜੀ ਬੜੇ ਤਕੜੇ ਲੀਡਰ ਸੀ, ਉਹ ਸਾਰੀਆਂ ਗੱਲਾਂ ਠੀਕ ਨੇ। ਸੁਨੀਲ ਜਾਖੜ ਵਿਰੋਧੀ ਧਿਰ ਦੇ ਚੰਗੇ ਲੀਡਰ ਰਹੇ, ਬੜੀ ਚੰਗੀ ਗੱਲ ਹੈ। ਹੁਣ ਜੇ ਕੋਈ ਵਿਅਕਤੀ 10ਵੀਂ 'ਚੋਂ ਟੌਪ ਕਰ ਜੇ ਤੇ 11ਵੀਂ 'ਚੋਂ ਫੇਲ ਹੋ ਜੇ, ਕੀ ਕਹੋਗੇ ਉਹਨੂੰ? 10ਵੀਂ ਕਲਾਸ 'ਚੋਂ ਟੌਪਰ ਹੋ ਗਿਆ ਤੇ 11ਵੀਂ 'ਚੋਂ ਫੇਲ ਹੋ ਗਿਆ, ਕੀ ਕਹੋਗੇ? ਹਰ ਰੋਜ਼ ਪਰਫਾਰਮੈਂਸ ਕਰਨੀ ਪੈਂਦੀ। ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਬਹੁਤ ਚੰਗੇ ਸੀ, ਪਰ ਬਤੌਰ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸਾਹਿਬ ਦਾ ਰਿਕਾਰਡ ਦੇਖ ਲਓ। ਬਤੌਰ ਕਾਂਗਰਸ ਪ੍ਰਧਾਨ ਰਹਿੰਦੇ MP ਦੀ ਚੋਣ ਹਾਰੇ, ਉਸ ਤੋਂ ਪਹਿਲਾਂ MLA ਦੀ ਚੋਣ ਹਾਰੇ। ਸੋ ਗੱਲ ਇਹੀ ਹੈ, ਜਿਹੜੀ ਸਿਆਸਤ ਹੈ ਉਹ ਵੋਟਾਂ ਨਾਲ ਜੁੜੀ ਹੈ। ਅਗਰ ਤੁਸੀਂ ਪੋਲੀਟੀਕਲੀ ਬ੍ਰੈਂਡ ਹੋ, ਹੁਣ ਸਿੱਧੂ ਕਿਉਂ ਨਹੀਂ ਹਾਰਿਆ? ਜੇ ਸਿੱਧੂ ਹਾਰਿਆ ਹੁੰਦਾ ਤਾਂ ਅੱਜ ਆਹ ਸਥਿਤੀਆਂ ਹੁੰਦੀਆਂ। ਸਿੱਧੂ ਇੱਕ ਵੀ ਚੋਣ ਨਹੀਂ ਹਾਰਿਆ, ਕਿਉਂ ਨਹੀਂ ਹਾਰਿਆ? ਇਸੇ ਕਰਕੇ ਨਹੀਂ ਹਾਰਿਆ ਵੀ ਉਹਦੀ ਲੋਕਾਂ 'ਚ ਜ਼ਮੀਨ ਹੈ, ਪਕੜ ਹੈ, ਅਤੇ ਪ੍ਰਧਾਨ ਦੀ ਪਾਰਟੀ 'ਚ ਅਤੇ ਲੋਕਾਂ 'ਚ ਪਕੜ ਹੋਣੀ ਚਾਹੀਦੀ ਹੈ। ਹੁਣ ਅਗਰ ਸੁਨੀਲ ਜਾਖੜ ਐਡੇ ਤਕੜੇ ਪ੍ਰਧਾਨ ਹੁੰਦੇ, ਗੱਲ ਹੀ ਨਾ ਉੱਠਦੀ ਵੀ ਪ੍ਰਧਾਨ ਬਦਲਣ ਦੀ ਲੋੜ ਹੈ, ਵੀ ਸਿੱਧੂ ਨੂੰ ਪ੍ਰਧਾਨ ਲਾ ਦਿਓ। ਜੇ ਸੁਨੀਲ ਜਾਖੜ ਐਡੇ ਤਕੜੇ ਹੁੰਦੇ ਤਾਂ ਗੱਲ ਹੀ ਖਤਮ ਸੀ। ਉਹ ਹੁਣ ਜੇ ਪ੍ਰਤਾਪ ਬਾਜਵਾ ਨੇ, ਉਹ ਪਹਿਲਾਂ ਪ੍ਰਧਾਨ ਰਹਿ ਚੁੱਕੇ ਨੇ, ਉਹਨਾਂ ਨੂੰ ਪ੍ਰਧਾਨਗੀ ਤੋਂ ਹਟਾ ਕੇ ਕੈਪਟਨ ਅਮਰਿੰਦਰ ਨੂੰ ਪ੍ਰਧਾਨ ਬਣਾਇਆ ਸੀ। ਇਹਦਾ ਮਤਲਬ ਹੈ ਕਾਂਗਰਸ ਦੀ ਪਰੰਪਰਾ ਹੈ, ਇੱਥੇ ਜੋੜ ਤੋੜ ਚੱਲਦਾ, ਕਿਸੇ ਵੀ ਲੀਡਰ ਨੂੰ ਹਟਾਇਆ ਜਾ ਸਕਦਾ ਕਿਸੇ ਦੂਜੇ ਲਈ। ਪ੍ਰਤਾਪ ਬਾਜਵੇ ਲਈ, ਕੈਪਟਨ ਲਈ ਪ੍ਰਤਾਪ ਬਾਜਵਾ ਨੂੰ ਹਟਾਇਆ ਗਿਆ, ਕੈਪਟਨ ਨੂੰ ਪ੍ਰਧਾਨ ਲਾਤਾ, ਵੋਟਾਂ ਪਈਆਂ, ਕੈਪਟਨ ਸਾਹਿਬ ਜਿੱਤ ਗਏ, ਸੁਨੀਲ ਜਾਖੜ ਨੂੰ ਪ੍ਰਧਾਨ ਲਾਤਾ। ਹੁਣ ਸਿੱਧੂ ਕੀ ਚਾਹ ਰਿਹਾ? ਉਹ ਤਾਂ ਆਪਣੀ ਗੱਲ ਕਰ ਰਿਹਾ। ਹਾਈ ਕਮਾਂਡ ਕੀ ਚਾਹ ਰਹੀ ਹੈ? ਹਾਈ ਕਮਾਂਡ ਚਾਹ ਰਹੀ ਹੈ ਸੱਤਾ ਦਾ ਸੰਤੁਲਨ ਬਣੇ,
ਇਸੇ ਕਰਕੇ ਆਪਾਂ ਗੱਲ ਕਰਦੇ ਹਾਂ ਨਾ ਵੀ ਸਿੱਧੂ ਪਿੱਛੇ ਹਾਈ ਕਮਾਂਡ ਦਾ ਹੱਥ ਹੈ, ਕਿਉਂਕਿ ਹਾਈ ਕਮਾਂਡ ਸਿੱਧੂ ਨੂੰ ਸੱਤਾ ਦੇ ਸੰਤੁਲਨ ਦਾ ਹਿੱਸੇਦਾਰ ਬਣਾਉਣਾ ਚਾਹੁੰਦੀ ਹੈ, ਜਿਹਦੇ ਲਈ ਕੋਈ ਦੂਜੀ ਧਿਰ ਤਿਆਰ ਨਹੀਂ। ਮੂਲ ਰੂਪ 'ਚ ਰੌਲਾ ਇਹ ਸੀ। ਇਸ ਰੌਲੇ ਤੋਂ ਬਾਅਦ ਜਦੋਂ ਬਾਕੀ ਲੋਕਾਂ ਨੂੰ ਲੱਗਿਆ ਕਿ ਹੁਣ ਤਾਂ ਸਥਿਤੀਆਂ ਉਲਟ ਹੋਈ ਜਾਂਦੀਆਂ ਨੇ, ਚੋਣਾਂ ਆ ਗਈਆਂ ਨੇੜੇ, ਹੁਣ ਤਾਂ ਲੋਕ ਸਾਨੂੰ ਹਿਸਾਬ ਮੰਗਣਗੇ, ਹਿਸਾਬ ਲੋਕ ਮੰਗਣਾ ਸ਼ੁਰੂ ਕਰ ਗਏ। ਰੰਧਾਵਾ ਸਾਹਿਬ ਤੋਂ ਲੋਕ ਸਵਾਲ ਪੁੱਛਦੇ ਨੇ, ਚਰਨਜੀਤ ਚੰਨੀ ਤੋਂ ਪੁੱਛਦੇ ਨੇ, ਪ੍ਰਗਟ ਸਿੰਘ ਉਹਨਾਂ ਤੋਂ ਪੁੱਛਦੇ ਨੇ, ਇਹਨਾਂ ਸਾਰੇ ਲੋਕਾਂ ਤੋਂ ਲੋਕ ਸਵਾਲ ਪੁੱਛਦੇ ਨੇ ਵੀ ਤੁਸੀਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਭਾਈ, ਦੱਸੋ ਕਿੱਥੇ ਇਨਸਾਫ? ਮਾਫੀਆ ਸਾਰਾ ਉੱਦਾਂ ਬੈਠਾ। ਪਾਵਰ ਪਰਚੇਜ਼ ਐਗਰੀਮੈਂਟ ਕਿੱਥੇ ਹੈ? ਤੁਸੀਂ ਕਹਿੰਦੇ ਸੀ ਅਸੀਂ ਰੱਦ ਕਰਾਂਗੇ ਬਿਜਲੀ ਸਮਝੌਤੇ। ਜਦੋਂ ਇਹ ਸਾਰੀਆਂ ਗੱਲਾਂ ਹੁੰਦੀਆਂ ਨੇ ਤੇ ਆਪਸ ਦੇ ਵਿੱਚ ਇਹਨਾਂ ਦੀ ਜਿਹੜੀ ਟਸਲ ਹੈ ਉਹ ਖੜੀ ਹੋ ਗਈ। ਇਹਨਾਂ ਦੀ ਕੋਈ ਨਿੱਜੀ ਲੜਾਈ ਨਹੀਂ ਕਿਸੇ ਨਾਲ ਵੀ, ਇਹਨਾਂ ਦੀ ਲੜਾਈ ਕਾਹਦੀ ਹੈ? ਪਿਛਲੇ ਵਾਅਦਿਆਂ ਦੀ। ਲੋਕ ਵਾਅਦਿਆਂ ਦਾ ਹਿਸਾਬ ਮੰਗਦੇ ਆ, ਸਰਕਾਰ ਕੋਲੇ ਵਾਅਦਿਆਂ ਦਾ ਹਿਸਾਬ ਦੇਣ ਨੂੰ ਹੈ ਨਹੀਂ। ਤੇ ਉਹ ਲੋਕ ਹੁਣ ਕਹਿਣ ਲੱਗ ਗਏ ਵੀ ਤੁਸੀਂ ਕਹਿੰਦੇ ਸੀ ਕੈਪਟਨ ਸਾਹਿਬ ਆਹ ਵਾਅਦੇ, ਤੇ ਲੋਕ ਸਾਨੂੰ ਪੁੱਛਦੇ ਆ ਜਾਂ ਤੁਸੀਂ ਕਹਿ ਦਿਓ। ਹੁਣ ਬਾਰ-ਬਾਰ ਕਹੀ ਜਾਂਦਾ ਨਾ ਸੁਖਜਿੰਦਰ ਰੰਧਾਵਾ ਵੀ ਜਾਂ ਤਾਂ ਕੈਪਟਨ ਸਾਹਿਬ ਲੋਕਾਂ ਨੂੰ ਕਹਿ ਦੇਣ ਵੀ ਜਦੋਂ ਮੈਂ ਬਿਆਨ ਦਿੰਦਾ ਸੀ ਵੀ ਉਹ ਦੋਸ਼ੀ ਆ ਮੈਂ ਅੰਦਰ ਦਊਂ, ਵੀ ਉਦੋਂ ਮੈਨੂੰ ਪਤਾ ਨਹੀਂ ਸੀ, ਫਿਰ ਤਾਂ ਰੰਧਾਵਾ ਸਾਹਿਬ ਨੇ ਕਿਹਾ। ਸੋ ਇਸ ਕਰਕੇ ਫੁੱਟ ਬਹੁਤ ਜ਼ਿਆਦਾ ਵੱਧ ਗਈ। ਬਾਕੀ ਦੇਖਦੇ ਹਾਂ ਹੁਣ ਕੀ ਬਣਦਾ ਜੀ। ਕਾਂਗਰਸ ਦੀ ਫੁੱਟ ਤਾਂ ਦੁਨੀਆ ਨੂੰ ਪਤਾ ਹੀ ਆ ਵੀ ਉਹੋ ਜਿਹੀ ਫੁੱਟ ਹੁੰਦੀ ਜਿਹੜੀ ਛੇਤੀ ਛੇਤੀ ਜੁੜਦੀ ਨਹੀਂ। ਸੋ ਇਹ ਜ਼ਰੂਰ ਹੈ ਕਿ ਹੁਣ ਪੰਜਾਬ ਕਾਂਗਰਸ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਨਵੇਂ ਚਿਹਰੇ ਵੀ ਵੇਖਣ ਨੂੰ ਮਿਲ ਸਕਦੇ ਨੇ, ਕਿਉਂਕਿ ਸੁਨੀਲ ਜਾਖੜ ਤੇ ਜਿਸ ਤਰ੍ਹਾਂ ਦਾ ਬੀਤੇ ਦਿਨਾਂ ਦੇ ਵਿੱਚ ਪਰਫਾਰਮੈਂਸ ਰਹੀ ਹੈ, ਉਸ ਪਰਫਾਰਮੈਂਸ ਦੇ ਆਧਾਰ ਤੇ ਇੱਕ ਵਾਰ ਉਤਾਰਿਆ ਜ਼ਰੂਰ ਜਾ ਸਕਦਾ ਹੈ, ਪਰ ਉਸ ਪਰਫਾਰਮੈਂਸ ਦੇ ਵਿੱਚੋਂ ਜੇ ਕੁਝ 2-3 ਦਿਨਾਂ 'ਚ ਨਹੀਂ ਨਿਕਲਦਾ ਤੇ ਉਸ ਤੋਂ ਬਾਅਦ ਨਵੇਂ ਅਬਜ਼ਰਵਰ ਨੂੰ ਪੰਜਾਬ ਭੇਜਿਆ ਜਾ ਸਕਦਾ ਹੈ। ਸੋ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੇ ਨਵੇਂ ਚਿਹਰੇ ਨੂੰ ਪੰਜਾਬ ਦੇ ਵਿੱਚ ਉਤਾਰ ਕੇ ਇਸ ਸਾਰੇ ਜੰਜਾਲ ਨੂੰ ਸੁਲਝਾਉਣ ਦੀ ਕੋਸ਼ਿਸ਼ ਹੋ ਸਕਦੀ ਹੈ। ਫਿਲਹਾਲ ਦੀ ਇਜਾਜ਼ਤ, ਬਹੁਤ ਬਹੁਤ ਧੰਨਵਾਦ ਡੱਲਾ ਸਾਹਿਬ। ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ।